ਸਾਊਥ ਏਸ਼ੀਅਨ ਵਿਜ਼ਨ ਟੀਵੀ ਪ੍ਰੋਗਰਾਮ ਦੇ ਵਿੱਚ ਅਵਤਾਰ ਸੂਰ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਦੁਨੀਆ ਦੇ ਸ਼ਾਇਦ ਇੱਕ ਸਭ ਤੋਂ ਵੱਡੇ ਕੰਟਰੀ ਦੇ ਵਿੱਚ ਰਹਿੰਦੇ ਹਾਂ, ਕੈਨੇਡਾ, ਅਤੇ ਇਸ ਤੋਂ ਵੀ ਵੱਡਾ ਹੈ ਇੱਥੇ ਮਲਟੀ ਕਲਚਰ, ਕਿਉਂਕਿ ਦੁਨੀਆ ਦੇ ਹਰ ਇੱਕ ਕੰਟਰੀ ਤੋਂ ਇੱਥੇ ਲੋਕ ਆ ਕੇ ਵਸੇ ਹੋਏ ਹਨ ਅਤੇ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਵੀ ਹਨ ਅਤੇ ਨਾਲ ਨਾਲ ਉਹ ਆਪਣਾ ਕਲਚਰ ਵੀ ਇੱਥੇ ਲੈ ਕੇ ਆਏ ਹਨ, ਜਿਨ੍ਹਾਂ ਨੂੰ ਕਿ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਆਪਣਾ ਕਲਚਰ ਇੱਥੇ ਐਕਸਪਲੋਰ ਕਰਨ ਦੀ ਕੋਈ ਮਨਾਹੀ ਨਹੀਂ ਹੈ। ਉਹ ਆਪਣਾ ਕਲਚਰ ਐਕਸਪਲੋਰ ਕਰਦੇ ਹਨ। ਬਟ ਕਈ ਵਾਰ ਜੇ ਤੁਸੀਂ ਕਿਸੇ ਕਾਨੂੰਨੀ ਕਾਨੂੰਨ ਦੇ ਵਿੱਚ ਫਸ ਜਾਓ ਜਾਂ ਤੁਹਾਨੂੰ ਕਿਤੇ ਜ਼ਰੂਰਤ ਪੈ ਜਾਵੇ ਤਾਂ ਤੁਹਾਨੂੰ ਸ਼ਾਇਦ ਇੰਗਲਿਸ਼ ਨਹੀਂ ਆਉਂਦੀ, ਇਸ ਕਰਕੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਇੰਟਰਪ੍ਰੀਟਰ ਦੀ ਜਾਂ ਟਰਾਂਸਲੇਟਰ ਦੀ। ਅੱਜ ਅਸੀਂ ਗੱਲਬਾਤ ਕਰਾਂਗੇ ਇਸ ਬਹੁਤ ਹੀ ਇੰਪੋਰਟੈਂਟ ਮੁੱਦੇ ਦੇ ਉੱਤੇ, ਜਦੋਂ ਕਿ ਜੇ ਤੁਸੀਂ ਕਿਸੇ ਕਾਨੂੰਨ ਦੇ ਵਿੱਚ ਫਸ ਗਏ, ਤੁਹਾਨੂੰ ਟ੍ਰੈਫਿਕ ਟਿਕਟ ਮਿਲ ਗਈ ਜਾਂ ਤੁਹਾਨੂੰ ਸਿਟੀਜ਼ਨਸ਼ਿਪ ਲੈਣੀ ਹੈ ਅਤੇ ਕਈ ਵਾਰ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਸਮਝ ਨਹੀਂ ਆਉਂਦੀ ਜਾਂ ਉਹਨਾਂ ਦੀ ਲੈਂਗੁਏਜ ਸਮਝ ਨਹੀਂ ਆਉਂਦੀ ਕਿ ਉਹ ਕਿਸ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਹਨ। ਉਹਨੂੰ ਸਮਝਣ ਵਾਸਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਮਲ ਕਾਲੋ ਜੀ ਨਾਲ, ਜੋ ਕਿ ਟਰਾਂਸਲੇਸ਼ਨ ਅਤੇ ਇੰਟਰਪ੍ਰੀਟਰ ਦਾ ਕੰਮ ਕਰਦੇ ਹਨ। ਕਮਲ ਜੀ, ਤੁਹਾਡਾ ਸਾਡੇ ਸਟੂਡੀਓ ਵਿੱਚ ਨਿੱਘਾ ਸਵਾਗਤ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ। ਅੱਛਾ, ਸਭ ਤੋਂ ਪਹਿਲਾਂ ਕਿ ਅਸੀਂ ਇਸ਼ੂ ਦੀ ਗੱਲ ਕਰੀਏ, ਤੁਸੀਂ ਇਹ ਦੱਸੋਗੇ ਕਿ ਆਪਣੀ ਤੁਹਾਡੀ ਬੈਕਗਰਾਊਂਡ ਕੀ, ਤੁਹਾਡੀ ਬੈਕਗਰਾਊਂਡ ਕੀ ਹੈ ਕਿ ਤੁਸੀਂ ਕਦੋਂ ਤੋਂ ਇੱਥੇ ਆਏ ਹੋਏ ਅਤੇ ਕਦੋਂ ਦੀਆਂ ਇਹ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ? ਮੈਨੂੰ ਕੈਨੇਡਾ ਦੇ ਵਿੱਚ ਮੈਂ 85 ਦੇ ਵਿੱਚ ਆਈ ਸੀ, ਔਰ ਉਹ ਦਿਨ ਮੈਨੂੰ ਯਾਦ ਇਸ ਕਰਕੇ ਰਹਿੰਦਾ ਹੈ ਕਿ ਉਦੋਂ ਹੀ ਜਦੋਂ ਏਅਰ ਇੰਡੀਆ ਦਾ ਕ੍ਰੈਸ਼ ਹੋਇਆ ਸੀ, ਅਤੇ ਉਦੋਂ ਦੀ ਮੈਂ ਕੈਨੇਡਾ 'ਚ ਆਈ ਹਾਂ। ਅਤੇ ਇੰਡੀਆ ਤੋਂ ਮੈਂ ਮਾਸਟਰਸ ਕੀਤੀ ਸੀ ਇੰਗਲਿਸ਼ ਦੇ ਵਿੱਚ, ਔਰ ਮੈਨੂੰ ਟੀਚਿੰਗ ਦੀ ਜੋਬ ਵੀ ਸੀ ਮੇਰੇ ਕੋਲ। ਪਰ ਜਦੋਂ ਮੈਂ ਕੈਨੇਡਾ ਆਈ ਅਤੇ ਮੇਰੇ ਬ੍ਰਦਰ ਨੇ ਮੈਨੂੰ ਕਿਹਾ ਕਿ ਤੂੰ ਵੇਰੀਅਸ ਜਿਹੜੇ ਵੀ ਪ੍ਰੋਫੈਸ਼ਨ ਤੂੰ ਐਕਸਪਲੋਰ ਕਰਨੇ ਆ ਉਹ ਕਰ ਲੈ। ਅਤੇ ਉਸ ਤੋਂ ਬਾਅਦ ਕਾਫੀ ਮੈਂ ਆਪਣਾ ਬਿਜ਼ਨਸ ਚਲਾ ਕੇ ਦੇਖਿਆ, ਬ੍ਰਦਰ ਦੇ ਨਾਲ ਵੀ ਕੰਮ ਕਰਕੇ ਦੇਖਿਆ, ਅਤੇ ਫਿਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਇਸ ਮੁਲਕ ਦੇ ਵਿੱਚ ਦੋ ਭਾਸ਼ਾਵਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ। ਅਤੇ ਫਿਰ ਮੈਂ ਆਪਣੇ ਇੰਟਰਪ੍ਰੀਟਰ ਦਾ ਕੰਮ ਟਰਾਈ ਕੀਤਾ ਪਹਿਲੋਂ, ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਂ ਇਹ ਕੰਮ ਟਰਾਈ ਕੀਤਾ ਸੀਗਾ, ਉਦੋਂ ਉਹ ਏਜੰਸੀਜ਼ ਹੁੰਦੀਆਂ ਸੀ ਜਿਹੜੀਆਂ ਅੱਜ ਵੀ ਹਨ, ਅਤੇ ਉਹ ਤੁਹਾਨੂੰ $11 ਘੰਟੇ 'ਤੇ ਦਿੰਦੀਆਂ ਸਨ। ਅਤੇ $11 ਘੰਟੇ ਲੈਣ ਵਾਸਤੇ ਤੁਸੀਂ 1 ਘੰਟਾ ਟਰੈਵਲ ਕਰਕੇ ਕੋਰਟ 'ਚ ਜਾਂਦੇ ਸੀਗੇ, ਫਿਰ ਕੰਮ ਵੀ ਕਰਦੇ ਸੀ, ਫਿਰ ਵਾਪਸ ਵੀ ਆਉਂਦੇ ਸੀਗੇ। ਪਰ ਜਦੋਂ ਮੈਂ ਇਹ ਕੰਮ ਕੀਤਾ ਤਾਂ ਮੈਂ ਬਹੁਤ ਇੰਜੋਏ ਕੀਤਾ। ਸੋ ਮੈਂ ਫਰਦਰ ਸਟੱਡੀ ਕਰਨਾ ਚਾਹੁੰਦੀ ਸੀ। ਫਿਰ ਮੈਂ ਜਿਹੜੀ ਸਟੱਡੀ ਕੀਤੀ ਜਾਂ ਐਗਜ਼ਾਮਸ ਲਿਖੇ ਜਾਂ ਜੋ ਵੀ ਹੈ ਟ੍ਰੇਨਿੰਗ, ਉਹ ਮੈਂ ਇਸੇ ਫੀਲਡ ਦੇ ਵਿੱਚ ਹੀ ਕੀਤੀ, ਕਿਉਂਕਿ ਮੈਨੂੰ ਇਹ ਕੰਮ ਬਹੁਤ ਅੱਛਾ ਲੱਗਾ। ਇੱਕ ਤਾਂ ਤੁਸੀਂ ਮਦਦ ਕਰਦੇ ਹੋ ਆਪਣੇ ਸਾਰੇ ਲੋਕਾਂ ਦੀ, ਕਿਉਂਕਿ ਬਹੁਤ ਆਪਣੇ ਬਜ਼ੁਰਗ ਐਸੇ ਨੇ ਜਿਨ੍ਹਾਂ ਨੂੰ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ, ਅਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਛੋਟੀਆਂ ਛੋਟੀਆਂ ਗੱਲਾਂ, ਜਿਵੇਂ ਰੋਜ਼ਾਨਾ ਦੀਆਂ ਗੱਲਾਂ ਹੀ ਨੇ ਜਿਹੜਾ ਕਿ ਪਤਾ ਨਹੀਂ ਲੱਗਦਾ, ਜਿਹੜੇ ਨਵੇਂ ਇਮੀਗ੍ਰੈਂਟਸ ਵੀ ਆਏ ਨੇ। ਸੋ ਉੱਥੋਂ ਮੈਂ ਇਹ ਕੰਮ ਸ਼ੁਰੂ ਕੀਤਾ। ਅੱਜ ਮੈਨੂੰ ਇਹ ਕੰਮ ਕਰਦਿਆਂ ਵੀ ਤਕਰੀਬਨ 25 ਸਾਲ ਹੋ ਗਏ ਹਨ, ਅਤੇ ਮੈਂ ਬਹੁਤ ਇਸ ਕੰਮ ਨੂੰ ਲਗਨ ਨਾਲ ਕੀਤਾ ਹੈ ਔਰ ਬੜਾ ਇੰਜੋਏ ਕੀਤਾ ਹੈ, ਔਰ ਆਈ ਐਮ ਵੈਰੀ ਪ੍ਰਾਊਡ ਐਕਚੁਅਲੀ ਟੂ ਬੀ ਐਨ ਇੰਟਰਪ੍ਰੀਟਰ। ਅੱਛਾ, ਦੇਖੋ ਇੰਟਰਪ੍ਰੀਟਰ ਦੀ, ਜਿੱਦਾਂ ਕਿ ਮੈਂ ਆਪਣੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਇੱਥੇ ਕਿਉਂਕਿ ਮਲਟੀ ਕਲਚਰ ਹੈ ਅਤੇ ਅਸੀਂ ਬਾਹਰੋਂ ਆਪਣੀ ਕੰਟਰੀ ਤੋਂ ਆਏ ਹਾਂ ਅਤੇ ਉੱਥੇ ਇੰਗਲਿਸ਼ ਫਸਟ ਲੈਂਗੁਏਜ ਨਹੀਂ ਹੈ, ਇੱਥੇ ਇੰਗਲਿਸ਼ ਫਸਟ ਲੈਂਗੁਏਜ ਹੈ, ਸਾਰਾ ਕੰਮ ਇੰਗਲਿਸ਼ ਦੇ ਵਿੱਚ ਹੁੰਦਾ ਹੈ। ਤੁਸੀਂ ਕੀ ਸਮਝਿਆ ਕਿ ਇੰਟਰਪ੍ਰੀਟਰ ਦੀ ਜ਼ਰੂਰਤ ਕਿਉਂ ਪੈਂਦੀ ਹੈ? ਹਾਲਾਂਕਿ ਕੀ ਇੰਟਰਪ੍ਰੀਟਰ ਹੋਣਾ ਜ਼ਰੂਰੀ ਹੈ? ਇਸ ਤਰ੍ਹਾਂ ਹੈ ਕਿ ਜਿਵੇਂ ਕੈਨੇਡਾ ਦੀਆਂ ਦੋ ਨੇ ਆਫੀਸ਼ੀਅਲ ਲੈਂਗੁਏਜਸ, ਇੱਕ ਇੰਗਲਿਸ਼ ਹੈ ਅਤੇ ਇੱਕ ਫਰੈਂਚ ਹੈਗੀ ਹੈ। ਪਰ ਜਿਹੜਾ ਕੈਨੇਡਾ ਦਾ ਚਾਰਟਰ ਆਫ ਰਾਈਟਸ, ਹੱਕਾਂ ਦਾ ਕਾਨੂੰਨ ਜਿਹਨੂੰ ਅਸੀਂ ਕਹਿੰਦੇ ਹਾਂ, ਨੰਬਰ 14 ਉਹਦੇ ਹਿਸਾਬ ਦੇ ਨਾਲ ਇਸ ਮੁਲਕ ਦੇ ਵਿੱਚ ਜਦੋਂ ਵੀ ਉਹ ਕਚਹਿਰੀ ਵਿੱਚ ਜਾਂ ਕਿਤੇ ਜਾਂਦੇ ਹਨ, ਸਰਕਾਰੀ ਦੀ ਦਰਬਾਰੇ ਕਹਿ ਲਓ, ਤਾਂ ਉਹਨਾਂ ਦਾ ਇਹ ਹੱਕ ਬਣਦਾ ਹੈ ਕਿ ਉਹ ਆਪਣੀ ਭਾਸ਼ਾ ਬੋਲਣ, ਅਤੇ ਉਹਨਾਂ ਦਾ ਜਿਹੜਾ ਕੇਸ ਵੀ ਜਿਵੇਂ ਹੈਗਾ, ਇਹ ਉਸ ਹਰ ਇਨਸਾਨ ਦਾ ਹੱਕ ਹੈਗਾ ਕਿ ਉਸਦਾ ਕੇਸ ਉਸਨੂੰ ਉਸਦੀ ਭਾਸ਼ਾ ਵਿੱਚ ਦੱਸਿਆ ਜਾਏ। ਜਿਹੜਾ ਜਸਟਿਸ ਸਿਸਟਮ ਹੈ ਖਾਸ ਕਰਕੇ, ਉਹਦੇ 'ਚ ਦੇਖੋ ਤੁਸੀਂ ਬੜੀ ਸੀਰੀਅਸ ਗੱਲ ਹੁੰਦੀ ਹੈ, ਕੋਈ ਪਤਾ ਨਹੀਂ ਕਿਹੜਾ ਚਾਰਜ ਹੋਏ, ਕਿਸੇ ਨੂੰ ਜੇਲ੍ਹ ਵੀ ਹੋ ਸਕਦੀ ਹੈ, ਕਈ ਕੁਛ ਇਹਦੇ ਵਿੱਚ ਕਈ ਕੰਪਲੀਕੇਸ਼ਨਸ ਹੁੰਦੀਆਂ ਨੇ। ਉਹਦੇ ਵਿੱਚ ਜਿਹੜਾ ਕੈਨੇਡਾ ਦਾ ਚਾਰਟਰ ਆਫ ਰਾਈਟਸ ਦਾ ਹੈਗਾ ਹੱਕ ਹੈ, ਜਿਹੜਾ ਉਹਦੇ ਹਿਸਾਬ ਨਾਲ ਹਰ ਇਨਸਾਨ ਜਿਹੜੀ ਵੀ ਭਾਸ਼ਾ ਉਹ ਬੋਲਦਾ ਹੈ ਉਸ ਨੂੰ ਉਸ ਭਾਸ਼ਾ ਦੇ ਵਿੱਚ ਦੁਭਾਸ਼ਾ ਲੈਣ ਦਾ ਹੱਕ ਹੈ। ਅਤੇ ਇੱਥੇ ਜਿਵੇਂ ਅਸੀਂ ਅੱਜ ਕੱਲ੍ਹ ਓਨਟਾਰੀਓ ਦੇ ਵਿੱਚ ਦੀ ਗੱਲ ਕਰੀਏ ਤਾਂ ਇੱਥੇ ਸਰਕਾਰ
ਮਿਨਿਸਟਰੀ ਆਫ ਅਟਾਰਨੀ ਜਨਰਲ ਉਹ ਪ੍ਰੋਵਾਈਡ ਕਰਦੀ ਹੈ ਇੰਟਰਪ੍ਰੀਟਰਸ। ਅੱਛਾ, ਇਹ ਤੋਂ ਪਹਿਲਾਂ ਕਿ ਆਪਾਂ ਹੋਰ ਡਿਸਕਸ਼ਨ ਕਰੀਏ, ਜਿੱਦਾਂ ਕਿ ਤੁਸੀਂ ਹੁਣ ਮੈਂਸ਼ਨ ਕੀਤਾ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੀ ਲੈਂਗੁਏਜ ਦੇ ਵਿੱਚ, ਕੋਰਟ ਦੇ ਵਿੱਚ ਜਾਂ ਕਿਸੇ ਵੀ ਲੀਗਲ ਡਾਕੂਮੈਂਟ ਦੇ ਵਿੱਚ ਆਪਣੀ ਉਹਨੂੰ ਇੱਕ ਰਾਈਟ ਹੈਗਾ ਆ। ਪਰ ਜੇ ਇਮੀਗ੍ਰੇਸ਼ਨ ਦਾ ਡਾਕੂਮੈਂਟ ਦੇਖੀਏ ਤਾਂ ਉਹਦੇ ਵਿੱਚ ਇਹ ਨਹੀਂ ਕਹਿੰਦੇ ਕਿ ਇੱਥੇ ਆਉਣ ਤੋਂ ਪਹਿਲਾਂ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ। ਪਰ ਹੁਣ ਕਰ ਰਹੇ ਨੇ, ਤੁਸੀਂ ਦੇਖ ਰਹੇ ਹੋ ਨਾ ਕਿ ਉਹ ਇਸ ਹੁਣ ਇਸੇ ਕਰਕੇ ਜ਼ਿਆਦਾ ਇੰਗਲਿਸ਼ ਦਾ ਉਹ ਕਰ ਰਹੇ ਨੇ, ਤਾਂ ਕਿ ਉਹ ਕਹਿੰਦੇ ਨੇ ਕਿ ਜਿਹੜੀ ਬੇਸਿਕ ਰਿਕੁਆਇਰਮੈਂਟ ਆ ਉਨੀ ਹੋਣੀ ਚਾਹੀਦੀ ਹੈ। ਜਿਵੇਂ ਆਇਲਸ ਟੈਸਟ ਹੈਗਾ, ਆਈਲੈਟ ਵੀ ਉਹਨੂੰ ਕਹਿੰਦੇ ਨੇ, ਉਹ ਵੀ ਹੁਣ ਜ਼ਰੂਰੀ ਕਰ ਰਹੇ ਨੇ। ਔਰ ਉਹਦੇ 'ਚ ਹੁੰਦਾ ਹੁਣ ਜਿਹੜੇ ਸਟੂਡੈਂਟਸ ਵੀ ਆ ਰਹੇ ਨੇ ਉਹਨਾਂ ਲਈ ਵੀ ਹੈ ਕਿ ਉਹਨਾਂ ਦੇ ਕਿਸੇ ਦੇ 5 ਜਾਂ 6 ਜਾਂ 7 ਬੈਂਡ ਹੋਣੇ ਚਾਹੀਦੇ ਨੇ, ਜੌਬਸ ਵਾਸਤੇ ਵੀ ਹੋਣੇ ਚਾਹੀਦੇ ਨੇ, ਉਹ ਇਸ ਕਰਕੇ ਹੈ। ਪਰ ਤੁਸੀਂ ਜਿਵੇਂ ਪੇਰੈਂਟਸ ਦੀ ਕੈਟੇਗਰੀ ਹੈ, ਤੁਸੀਂ ਜਾਂ ਫੈਮਿਲੀ ਕੈਟੇਗਰੀ ਹੈ ਜਾਂ ਸਪਾਊਜ਼ਲ ਕੈਟੇਗਰੀ ਹੈ, ਉਹਦੇ 'ਚ ਤੁਸੀਂ ਇੰਗਲਿਸ਼ ਜਿਹੜੀ ਹੈ ਉਹਨੂੰ ਜ਼ਰੂਰੀ ਲਾਗੂ ਨਹੀਂ ਕਰ ਸਕਦੇ। ਜਦੋਂ ਤੁਹਾਡੇ ਪੇਰੈਂਟਸ ਆਉਂਦੇ ਨੇ ਜਾਂ ਕਈ ਵਾਰੀ ਸਪਾਊਜ਼ ਆਉਂਦੇ ਨੇ ਇੰਡੀਆ ਤੋਂ, ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੁੰਦੀ, ਸੋ ਇਸ ਕਰਕੇ ਉਹਨਾਂ ਨੂੰ ਇੰਟਰਪ੍ਰੀਟਰਸ ਦੀ ਹਰ ਵੇਲੇ ਜ਼ਰੂਰਤ ਪੈਂਦੀ ਹੈ। ਪਰ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਵਾਲੇ ਕਰ ਰਹੇ ਆ, ਉਹ ਕਿਹੜੀ ਕੈਟਾਗਰੀ ਨੂੰ ਕਰ ਰਹੇ ਆ ਫਿਰ ਕਿ ਇੰਗਲਿਸ਼ ਆਉਣੀ ਚਾਹੀਦੀ ਤੁਹਾਨੂੰ? ਉਹ ਜ਼ਿਆਦਾ ਤੇ ਸਟੂਡੈਂਟਸ ਵਾਸਤੇ ਹੈਗਾ ਜਾਂ ਜਿਹੜੇ ਜੌਬਸ ਵਾਸਤੇ ਆਉਂਦੇ ਨੇ, ਸਕਿੱਲ ਵਰਕਰਸ ਹੈ, ਉਹਨਾਂ ਵਾਸਤੇ ਹੈ। ਅੱਛਾ, ਕਿਉਂਕਿ ਆਈ ਵਾਸ ਸਰਪ੍ਰਾਈਜ਼ ਕਿ ਕਿਉਂਕਿ ਜਦੋਂ ਤੁਸੀਂ, ਮੈਂ ਕਿਸੇ ਵੀ ਕਲਚਰ ਨੂੰ ਜਾਂ ਕਿਸੇ ਵੀ ਕਮਿਊਨਿਟੀ ਨੂੰ ਪੁਆਇੰਟ ਆਊਟ ਨਹੀਂ ਕਰ ਰਿਹਾ। ਹੁਣ ਜੇ ਤੁਸੀਂ ਕਿਸੇ ਚਾਈਨੀਜ਼ ਸਟੋਰ 'ਤੇ ਚਲ ਜਾਓ, ਉਹਨਾਂ ਨੂੰ ਇੰਗਲਿਸ਼ ਸਮਝ ਨਹੀਂ ਆਉਂਦੀ ਬਿਲਕੁਲ। ਉਹ ਕਿੱਦਾਂ ਇੱਥੇ ਇਮੀਗ੍ਰੈਂਟ ਹੋਏ ਆ, ਅਤੇ ਸਾਡੀ ਕਮਿਊਨਿਟੀ ਦੇ ਵਿੱਚ ਭਾਵੇਂ ਮੇਰਾ ਖਿਆਲ ਆ ਵੀ ਇੰਗਲਿਸ਼ ਨਾ ਸਮਝਦੇ ਹੋਏ ਵੀ ਕੋਈ ਇਹ ਨਹੀਂ ਕਹੂਗਾ ਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ। ਹਾਂ, ਲੀਗੈਲਿਟੀ ਦੇ ਵਿੱਚ ਜਾਂਦੇ ਆ ਫਿਰ ਸਾਨੂੰ ਜ਼ਰੂਰਤ ਪੈਂਦੀ ਹੈ, ਅਦਰਵਾਈਜ਼ ਸਾਡੀ ਕਮਿਊਨਿਟੀ ਮੇਰਾ ਖਿਆਲ ਉੱਦਾਂ ਸਮਝ ਆਉਂਦੀ ਹੈ, ਭਾਵੇਂ ਤੁਸੀਂ ਇੰਗਲਿਸ਼ ਵੀ ਗੱਲ ਕਰਦੇ ਹੋ। ਜੀ, ਇਹੀ ਤਾਂ ਇਸ ਮੁਲਕ ਦੀ ਖੂਬਸੂਰਤੀ ਹੈ ਅਵਤਾਰ ਜੀ। ਦੇਖੋ, ਇਹ ਨਹੀਂ ਕਹਿੰਦੇ ਕਿ ਜਿਹਨਾਂ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਇਸ ਮੁਲਕ ਆ ਨਹੀਂ ਸਕਦੇ, ਉਹ ਇਸ ਮੁਲਕ 'ਚ ਆਉਣ, ਜੀ ਸਦਕੇ ਆਉਣ। ਪਰ ਜੇ ਉਹਨਾਂ ਨੂੰ ਕਚਹਿਰੀ ਵਿੱਚ ਜਾਣਾ, ਜਿਵੇਂ ਡਰਾਈਵਿੰਗ ਲਾਇਸੈਂਸ ਲੈਣਾ ਹੈਗਾ ਜਾਂ ਸਿਟੀਜ਼ਨਸ਼ਿਪ 'ਤੇ ਜਾਣਾ ਹੈਗਾ, ਕਿਤੇ ਵੀ ਜਾਣਾ, ਉੱਥੇ ਸਰਕਾਰ ਉਹਨਾਂ ਨੂੰ ਪ੍ਰੋਵਾਈਡ ਕਰਦੀ ਹੈ ਇੰਟਰਪ੍ਰੀਟਰਸ। ਅੱਛਾ, ਇਹ ਪੇਡ ਬਾਈ ਗਵਰਨਮੈਂਟ? ਇਟਸ ਪੇਡ ਬਾਈ ਦ ਮਿਨਿਸਟਰੀ ਆਫ ਅਟਾਰਨੀ ਜਨਰਲ। ਜਿਹੜੀ ਸਾਡੇ ਆਪਣੇ ਮਿਨਿਸਟਰੀ ਆਫ ਅਟਾਰਨੀ ਜਨਰਲ ਹੈਗੀ ਹੈ, ਤੇ ਉਹ ਸਾਰੀਆਂ ਕੋਰਟਸ ਦੇ ਵਿੱਚ ਉਹ ਆਪ ਆਪਣੇ ਇੰਟਰਪ੍ਰੀਟਰਸ ਕੁਆਲੀਫਾਈਡ ਹੁੰਦੇ ਨੇ, ਉਹ ਪ੍ਰੋਵਾਈਡ ਕਰਦੇ ਹੈਗੇ ਨੇ। ਜਿਹੜਾ ਵੀ ਇਨਸਾਨ ਉੱਥੇ ਜਾਂਦਾ ਹੈ ਉਹਨੂੰ ਕੋਈ ਵੀ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ। ਔਰ ਇਹ ਸਾਡੇ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਚਹਿਰੀ ਵਿੱਚ ਜਾਂਦੇ ਹੋ, ਕੋਈ ਇੰਟਰਪ੍ਰੀਟਰ ਤੁਹਾਡੇ ਕੋਲ ਕੋਈ ਪੈਸਾ ਮੰਗਦਾ ਜਾਂ ਕੁਝ ਹੈ, ਤੁਸੀਂ ਬਿਲਕੁਲ ਕਿਸੇ ਨੂੰ ਕੋਈ ਪੈਸੇ ਨਹੀਂ ਦਿੰਦੇ। ਇੰਟਰਪ੍ਰੀਟਰ ਹੋਣਾ ਤੁਹਾਨੂੰ ਪਹਿਲਾਂ ਉਹਨਾਂ ਨੂੰ ਕਹਿਣਾ ਪੈਂਦਾ ਉਹਨਾਂ ਦੀ ਸਾਨੂੰ ਇੰਟਰਪ੍ਰੀਟਰ ਦੀ ਜ਼ਰੂਰਤ ਹੈਗੀ? ਹਾਂਜੀ। ਕਿਉਂਕਿ ਇਸ ਤਰ੍ਹਾਂ ਹੁੰਦਾ ਨਾ, ਦੇਖੋ ਆਪਾਂ ਨੂੰ ਇੰਡੀਆ ਦੇ ਵਿੱਚ ਹੁਣ ਅਸੀਂ ਅੰਗਰੇਜ਼ੀ ਤੇ ਪੜ੍ਹਦੇ ਹੀ ਹੈਗੇ ਹਾਂ, ਪਰ ਜਦੋਂ ਅਸੀਂ ਇੱਥੇ ਕੋਰਟ ਵਿੱਚ ਜਾਂਦੇ ਹਾਂ ਉਹ ਫਿਰ ਲੀਗਲ ਟਰਮੀਨੋਲੋਜੀ ਹੋ ਜਾਂਦੀ ਹੈ। ਔਰ ਵੈਸੇ ਵੀ ਜੋ ਜੱਜ ਗੱਲ ਕਰਦਾ ਹੈਗਾ ਉਹਦੇ ਵਿੱਚ ਤਾਂ ਉਹ ਤਾਂ ਆਮ ਆਦਮੀ ਨੂੰ ਇੰਗਲਿਸ਼ ਜਿੰਨੇ ਪੜ੍ਹੀ ਹੋਈ ਹੈ ਉਹਨੂੰ ਵੀ ਸਮਝ ਨਹੀਂ ਆਉਂਦੀ, ਤੇ ਜਿਨ੍ਹਾਂ ਨੂੰ ਇੰਗਲਿਸ਼ ਥੋੜ੍ਹੀ ਘੱਟ ਆਉਂਦੀ, ਕਈ ਵਾਰੀ ਐਕਸੈਂਟ ਦੀ ਪ੍ਰੋਬਲਮ ਆ ਜਾਂਦੀ ਹੈ, ਕਈ ਵਾਰੀ ਟਰਮੀਨੋਲੋਜੀ ਦੀ ਪ੍ਰੋਬਲਮ ਆ ਜਾਂਦੀ ਹੈ। ਅੱਛਾ, ਇੰਟਰਪ੍ਰੀਟਰ ਜਾਂ ਟਰਾਂਸਲੇਟਰ, ਇਹਦੇ ਵਿੱਚ ਕੀ ਫਰਕ ਹੈ? ਇਟਸ ਅ ਗੁੱਡ ਕੁਐਸਚਨ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਹਦਾ ਜਿਹੜਾ ਫਰਕ ਹੈ ਉਹ ਪਤਾ ਹੈਗਾ। ਹਾਂਜੀ, ਜਿਹੜੇ ਇੰਟਰਪ੍ਰੀਟਰਸ ਹੁੰਦੇ ਹਨ, ਜਿਹੜਾ ਬੋਲ ਕੇ ਕਰਦੇ ਆ, ਜਿਸ ਤਰ੍ਹਾਂ ਅਸੀਂ ਬੋਲ ਰਹੇ ਹਾਂ ਤੇ ਜੇ ਅਸੀਂ ਇੱਕ ਉਲਥਾ ਕਰਦੇ ਨੇ ਉਹ ਬੋਲ ਕੇ। ਜਿਹੜਾ ਟਰਾਂਸਲੇਸ਼ਨ ਹੁੰਦੀ ਹੈ ਉਹ ਰਿਟਨ ਹੁੰਦੀ ਹੈ, ਤੇ ਟਰਾਂਸਲੇਸ਼ਨ ਦੇ ਵਿੱਚ ਆ ਜਾਂਦਾ ਹੈ, ਉਹਦੇ ਵਿੱਚ ਵੀ ਅਲੱਗ ਸਰਟੀਫਿਕੇਸ਼ਨ ਚਾਹੀਦੀ ਹੁੰਦੀ ਹੈ। ਕਿਉਂਕਿ ਜਿਸ ਤਰ੍ਹਾਂ ਸਰਟੀਫਿਕੇਟਸ ਅੱਜ ਕੱਲ੍ਹ ਹੈ, ਲੋਕਾਂ ਨੇ PR ਲਈ ਅਪਲਾਈ ਕਰਨਾ ਹੈ ਜਾਂ ਡਰਾਈਵਿੰਗ ਲਾਇਸੈਂਸ ਲੈਣਾ ਹੈ ਜਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਵਾਸਤੇ ਉਹਨਾਂ ਨੂੰ ਕੋਈ ਵੀ ਡਾਕੂਮੈਂਟ ਚਾਹੀਦਾ, ਤੇ ਉਹ ਫਿਰ ਕਹਿੰਦੇ ਨੇ ਕਿ ਤੁਸੀਂ ਸਰਕਾਰ ਜਿੰਨੀਆਂ ਵੀ ਮਿਨਿਸਟਰੀਜ਼ ਨੇ ਉਹ ਕਹਿੰਦੀਆਂ ਕਿ ਤੁਸੀਂ ਕਿਸੇ ਸਰਟੀਫਾਈਡ ਟਰਾਂਸਲੇਟਰ ਕੋਲੋਂ ਕਰਵਾ ਕੇ ਲਿਆਓ। ਤੇ ਉਹ ਸਿਰਫ ਸਰਟੀਫਾਈਡ ਜਿਹੜੇ ਟਰਾਂਸਲੇਟਰਸ ਹੈ ਉਹਨਾਂ ਦੀ ਹੀ ਇਹ ਟਰਾਂਸਲੇਸ਼ਨ ਬਣਦੇ ਹਨ। ਅਸੀਂ ਕਮਲ ਕਾਲੋ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਜੋ ਕਿ ਇੱਥੇ ਦੇ ਜਿਹੜੇ ਕਿ ਤੁਹਾਡੇ ਰਾਈਟਸ ਹਨ, ਜਿਹੜਾ ਕਿ ਟਰਾਂਸਲੇਸ਼ਨ ਜਾਂ ਇੰਟਰਪ੍ਰੀਟਰ ਦੀ ਜ਼ਰੂਰਤ ਹੈ, ਇਹਦੇ ਬਾਰੇ ਅਸੀਂ ਗੱਲਬਾਤ ਹੋਰ ਕਰਾਂਗੇ ਤੋਂ ਅੱਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪਲੀਜ਼ ਡੋਂਟ ਗੋ ਅਵੇ, ਵੀ ਵਿਲ ਬੀ ਰਾਈਟ ਬੈਕ। Hey folks, I'm here to endorse the Disability Network. They are great people. They're people that get by, they employ, they support, and they really, really get behind people with disabilities. So come on, let's throw our support behind a great cause, the Disability Network.
ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਸਾਊਥ ਏਸ਼ੀਅਨ ਵਿਜ਼ਨ ਟੀਵੀ ਪ੍ਰੋਗਰਾਮ ਦੇ ਵਿੱਚ। ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਤੁਹਾਨੂੰ ਐਜੂਕੇਟ ਕਰਨ ਵਾਸਤੇ ਕਿ ਇਸ ਕੰਟਰੀ ਦੇ ਵਿੱਚ ਤੁਹਾਨੂੰ ਆਪਣੀ ਲੈਂਗੁਏਜ ਵਿੱਚ ਜੇ ਤੁਹਾਨੂੰ ਸਮਝ ਨਹੀਂ ਆ ਰਹੀ ਇੰਗਲਿਸ਼ ਦੀ ਤੇ ਆਪਣੀ ਲੈਂਗੁਏਜ ਦੇ ਵਿੱਚ ਤੁਸੀਂ ਸਰਵਿਸਿਜ਼ ਲੈ ਸਕਦੇ ਹੋ। ਅੱਛਾ ਕਮਲ ਜੀ, ਅਸੀਂ ਗੱਲਬਾਤ ਕੀਤੀ ਕਿ ਟਰਾਂਸਲੇਸ਼ਨ ਅਤੇ ਇੰਟਰਪ੍ਰੀਟਰ ਦੇ ਵਿੱਚ ਕੀ ਡਿਫਰੈਂਸ ਹੈ ਜਿਹੜਾ ਕਿ ਤੁਸੀਂ ਦੱਸਿਆ। ਹੁਣ ਕਿਹੜੇ ਡਿਪਾਰਟਮੈਂਟ ਦੇ ਵਿੱਚ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਕਿ ਇਕੱਲੇ ਕੋਰਟ ਦੇ ਵਿੱਚ ਪੈਂਦੀ ਹੈ ਜਾਂ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਤੁਸੀਂ ਡਿਮਾਂਡ ਕਰ ਸਕਦੇ ਹੋ? ਤਕਰੀਬਨ ਹਰ ਇੱਕ ਡਿਪਾਰਟਮੈਂਟ ਵਿੱਚ ਹੀ ਅੱਜ ਕੱਲ੍ਹ ਪੈ ਰਹੀ ਹੈ। ਜਿਸ ਤਰ੍ਹਾਂ ਕੋਰਟ ਵਿੱਚ ਤਾਂ ਪਤਾ ਹੀ ਹੈ, ਚਲੋ ਜੀ ਕਚਹਿਰੀ ਦੇ ਵਿੱਚ ਜਦੋਂ ਵੀ ਤੁਹਾਡਾ ਵਾਹ ਪੈਂਦਾ ਹੈਗਾ ਤੇ ਤੁਹਾਨੂੰ ਉੱਥੇ ਇੰਟਰਪ੍ਰੀਟਰ ਦੀ ਜ਼ਰੂਰਤ ਪੈਂਦੀ ਹੈ। ਫਿਰ ਦੂਸਰਾ ਜਿਵੇਂ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈਗੀ ਹੈ, ਉੱਥੇ ਤੁਸੀਂ ਇੰਟਰਪ੍ਰੀਟਰ ਲੈ ਕੇ ਜਾਂਦੇ ਹੋ ਨਾਲ। ਤੇ ਦੂਸਰਾ ਫਿਰ ਡਰਾਈਵਿੰਗ ਲਾਇਸੈਂਸ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ ਹੈ। ਜਦੋਂ ਤੁਸੀਂ ਜਿਵੇਂ ਕੋਈ ਵੀ ਡਰਾਈਵਿੰਗ ਲਾਇਸੈਂਸ ਜਿੰਨੇ ਵੀ ਹੈਗੇ ਨੇ ਲੈਵਲਸ ਨੇ, ਜਦੋਂ ਤੁਸੀਂ ਲੈਣੇ ਹਨ ਤਾਂ ਤੁਸੀਂ ਨਾਲ ਇੰਟਰਪ੍ਰੀਟਰ ਲੈ ਜਾ ਸਕਦੇ ਹੋ। ਹੁਣ ਕੁਝ ਤੇ ਐਸੇ ਉਹਨਾਂ ਨੇ ਕਰ ਦਿੱਤੇ ਨੇ, ਕੁਝ ਐਗਜ਼ਾਮਸ ਹੀ ਉਹਨਾਂ ਨੇ ਜਿਵੇਂ ਪੰਜਾਬੀ ਵਿੱਚ ਕੁਝ ਭਾਸ਼ਾਵਾਂ ਵਿੱਚ ਬਣਾ ਲਏ ਨੇ, ਪਰ ਕੁਝ ਭਾਸ਼ਾਵਾਂ ਐਸੀਆਂ ਜਿਵੇਂ ਹਿੰਦੀ ਆ ਜਿਹਨਾਂ ਕੋਲ ਹਿੰਦੀ ਦਾ ਐਗਜ਼ਾਮ ਨਹੀਂ ਹੈ ਜੀ। ਤੇ ਫਿਰ ਕੁਝ ਭਾਸ਼ਾਵਾਂ ਐਸੀਆਂ ਨੇ ਜਿਨ੍ਹਾਂ ਦਾ ਉਹਨਾਂ ਕੋਲ ਨਹੀਂ ਹੈ ਐਗਜ਼ਾਮ, ਉਹਦੇ ਵਿੱਚ ਉਹ ਆਪਣੇ ਨਾਲ ਇੰਟਰਪ੍ਰੀਟਰ ਜਿਹੜੇ ਸਰਟੀਫਾਈਡ ਇੰਟਰਪ੍ਰੀਟਰਸ ਆ ਉਹ ਲੈ ਕੇ ਜਾ ਸਕਦੇ ਨੇ। ਇਸ ਤੋਂ ਇਲਾਵਾ ਅੱਜ ਕੱਲ੍ਹ ਦੇਖੋ ਅਵਤਾਰ ਜੀ ਜਿਹੜੀ ਅਸੀਂ ਗੱਲ ਅਜੇ ਨਹੀਂ ਕੀਤੀ, ਉਹ ਹੈ ਮੈਡੀਕਲ ਇੰਟਰਪ੍ਰੀਟੇਸ਼ਨ। ਉਹ ਬਹੁਤ ਜ਼ਰੂਰੀ ਹੋ ਰਹੀ ਹੈ ਕਿ ਜਦੋਂ ਕੋਈ ਜਾਂਦਾ ਹੈ ਡਾਕਟਰ ਕੋਲ, ਉਹ ਆਪਣੀ ਪ੍ਰੋਪਰਲੀ ਬਿਮਾਰੀ ਨਹੀਂ ਦੱਸ ਸਕਦੇ ਡਾਕਟਰ ਨੂੰ। ਮੈਡੀਕਲ ਇੰਟਰਪ੍ਰੀਟਰ ਦਾ ਮਤਲਬ ਹਸਪੀਟਲ ਦੇ ਵਿੱਚ ਜਾਂ ਹਸਪੀਟਲ ਡਾਕਟਰ ਦੇ ਵਿੱਚ? ਨਹੀਂ, ਹਸਪੀਟਲਸ ਦੇ ਵਿੱਚ। ਹਾਂਜੀ, ਜੇ ਹਸਪੀਟਲ ਦੇ ਵਿੱਚ ਤੁਸੀਂ ਜਾਂਦੇ ਹੋ, ਇਹ ਬਹੁਤ ਬੜਾ ਕਿਸੇ ਨੂੰ ਕੋਈ ਸੀਰੀਅਸ ਕਿਸੇ ਦੀ ਸਰਜਰੀ ਹੋਣੀ ਹੈ ਕੁਝ ਹੈ ਤਾਂ ਡਾਕਟਰਸ ਜਾਂ ਸਾਈਕਾਇਟਰਿਸਟ ਕੋਲ ਕਈ ਵਾਰੀ ਜਾਣਾ ਪੈ ਜਾਂਦਾ, ਸਾਈਕੋਲੋਜਿਸਟ ਕੋਲ ਜਾਣਾ ਪੈ ਜਾਂਦਾ। ਤੇ ਉਹਦੇ ਕੋਲ ਫਿਰ ਇਹ ਕਿ ਉੱਥੇ ਵੀ ਇੰਟਰਪ੍ਰੀਟਰਸ ਹੁੰਦੇ ਨੇ ਕਿਉਂਕਿ ਇਹ ਇਸ ਤਰ੍ਹਾਂ BC ਵਿੱਚ ਵੀ ਇੱਕ ਚਾਂਸ ਹੋਇਆ, ਅਮਰੀਕਾ ਦੇ ਵਿੱਚ ਵੀ ਹੋਇਆ ਕਿ ਗਲਤ ਇੰਟਰਪ੍ਰੀਟੇਸ਼ਨ ਕਰਕੇ ਇੱਕ ਇਨਸਾਨ ਦੀ ਉਹਨਾਂ ਨੂੰ ਲੱਤ ਵੱਢਣੀ ਪੈ ਗਈ ਸੀ ਕਿਉਂਕਿ ਉਹ ਆਪ ਚੰਗੀ ਤਰ੍ਹਾਂ ਦੱਸ ਨਹੀਂ ਸਕਿਆ ਕਿਸ ਤਰ੍ਹਾਂ। ਤੇ ਇਸ ਕਰਕੇ ਹੁਣ ਉੱਥੇ ਵੀ ਉਹ ਕਹਿ ਰਹੇ ਨੇ ਕਿ ਕੁਆਲੀਫਾਈਡ ਪ੍ਰੋਪਰ ਇੰਟਰਪ੍ਰੀਟਰਸ ਹੋਣ। ਬੜੀ ਵਾਰੀ ਤਾਂ ਫੈਮਿਲੀ 'ਚ ਅਸੀਂ ਘਰ ਬੱਚੇ ਹੀ ਲੈ ਜਾਂਦੇ ਹਾਂ। ਹੁਣ ਸਾਡੇ ਬੱਚੇ ਵੀ ਜਿਹੜੇ ਨੇ ਇੱਥੋਂ ਦੇ ਬੋਰਨ ਐਂਡ ਰੇਜ਼ਡ ਹੈ, ਉਹਨਾਂ ਨੂੰ ਬੜੀ ਲਿਮਿਟਿਡ ਇੰਗਲਿਸ਼ ਅਤੇ ਪੰਜਾਬੀ ਬਹੁਤ ਲਿਮਿਟਿਡ ਆਉਂਦੀ ਹੈ। ਸੋ ਪੰਜਾਬੀ ਨੂੰ ਇੰਗਲਿਸ਼ ਵਿੱਚ ਕਨਵਰਟ ਕਰਨਾ ਕਈ ਵਾਰੀ ਉਹਨਾਂ ਲਈ ਈਜ਼ੀ ਨਹੀਂ ਹੁੰਦਾ। ਹਾਂਜੀ, ਤੇ ਇਸ ਤੋਂ ਇਲਾਵਾ ਤੁਸੀਂ ਹੋਰ ਤੁਹਾਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਜਿਹੜੇ ਇਲੈਕਸ਼ਨਸ ਜਦੋਂ ਹੁੰਦੀਆਂ ਨੇ ਉਦੋਂ ਵੀ ਉਹ ਇੰਟਰਪ੍ਰੀਟਰਸ ਲੈ ਕੇ ਆਉਂਦੇ ਨੇ ਤੇ ਲੋਕਾਂ ਨੂੰ ਦੱਸਦੇ ਹੈਗੇ ਨੇ ਕਿ ਤੁਸੀਂ ਇਹ। ਪਰ ਜਿਹੜੇ ਮੇਨ ਹੈਗੇ ਨੇ ਉਹ ਹੈਗਾ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਵਾਸਤੇ, ਡਰਾਈਵਿੰਗ ਲਾਇਸੈਂਸ ਵਾਸਤੇ, ਜਾਂ ਤੁਸੀਂ ਤੁਹਾਨੂੰ ਕੋਈ ਵੀ ਸਰਟੀਫਿਕੇਟ ਕਿਤੇ ਵੀ ਦੇਣਾ ਹੈਗਾ, PR ਦੀ ਐਪਲੀਕੇਸ਼ਨ ਵਾਸਤੇ ਡਾਕੂਮੈਂਟਸ ਕਰਵਾਉਣੇ ਨੇ, ਉੱਥੇ ਤੁਸੀਂ ਫਿਰ ਤੁਹਾਨੂੰ ਟਰਾਂਸਲੇਟਰ ਚਾਹੀਦਾ ਕਿ ਜਿਹੜਾ ਤੁਹਾਨੂੰ ਸਰਟੀਫਾਈ ਕਰਕੇ ਟਰਾਂਸਲੇਸ਼ਨ ਕਰ ਦੇ। ਔਰ ਇਹਦੇ 'ਚ ਕਾਫੀ ਹੋ ਰਿਹਾ। ਤੁਹਾਨੂੰ ਮੈਂ ਇੱਥੇ ਇਹ ਗੱਲ ਦੱਸਾਂ ਕਿ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਲੱਗਦਾ, ਉਹ ਟਰਾਂਸਲੇਸ਼ਨ ਕਰਵਾ ਲੈਂਦੇ ਨੇ ਤੇ ਪਰ ਉਹ ਮਨਜ਼ੂਰ ਨਹੀਂ ਹੁੰਦੀ ਉੱਥੇ ਫਿਰ। ਹਾਂਜੀ, ਅੱਛਾ, ਤੁਸੀਂ ਗੱਲਬਾਤ ਕੀਤੀ ਆ, ਮੈਨੂੰ ਇੱਕ ਕਿੱਸਾ ਯਾਦ ਆ ਰਿਹਾ। ਜਿਹੜੇ ਇੰਟਰਪ੍ਰੀਟਰ ਹਨ, ਜਿਹੜਾ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਉਹ ਤੁਹਾਡੀ ਇੰਟਰਪ੍ਰੀਟੇਸ਼ਨ ਸਹੀ ਕਰ ਰਿਹਾ ਜਾਂ ਨਹੀਂ ਕਰ ਰਿਹਾ? ਇਟਸ ਅ ਵੈਰੀ ਗੁੱਡ ਕੁਐਸਚਨ। ਤੁਸੀਂ ਦੇਖੋ, ਔਰ ਹਾਂ ਬਹੁਤ ਹੈ ਕਿ ਜਿਹੜੇ ਕਈ ਇਸ ਤਰ੍ਹਾਂ ਬਹੁਤ ਵਾਰੀ ਹੋ ਜਾਂਦਾ ਹੈਗਾ। ਹੁਣ ਜਿਸ ਤਰ੍ਹਾਂ ਅਸੀਂ ਇਹੀ ਲੋਕਾਂ ਨੂੰ ਕਹਿੰਦੇ ਹਾਂ ਕਿ ਜਦੋਂ ਤੁਸੀਂ ਕਚਹਿਰੀ ਦੇ ਵਿੱਚ ਜਦੋਂ ਆਉਂਦੇ ਹੋ, ਅਸੀਂ ਉਹਨਾਂ ਨਾਲ ਪਹਿਲਾਂ ਗੱਲ ਕਰਕੇ ਦੇਖੀ ਦੀ ਹੈ ਕਿ ਉਹਨਾਂ ਨੂੰ ਸਾਡੀ ਗੱਲ ਸਮਝ ਆਉਂਦੀ ਹੈ ਕਿ ਨਹੀਂ। ਕਿਉਂਕਿ ਤੁਹਾਨੂੰ ਪਤਾ ਪੰਜਾਬੀ ਵੀ ਜਿਹੜੀ ਹੈ ਕਿੰਨੇ ਹਰ ਡਿਸਟ੍ਰਿਕਟ ਵਿੱਚ ਤਾਂ ਪੰਜਾਬੀ ਬਦਲ ਜਾਂਦੀ ਹੈਗੀ ਹੈ। ਸੋ ਇਸ ਕਰਕੇ ਕਈ ਨਹੀਂ ਸਮਝ ਆਉਂਦੀ। ਇਹ ਹਰ ਇਨਸਾਨ ਦਾ ਇਹ ਵੀ ਹੱਕ ਹੈ, ਜਿਹੜੇ ਕਚਹਿਰੀ ਦੇ ਵਿੱਚ ਜਾਂਦੇ ਆ, ਤੁਸੀਂ ਪਹਿਲਾਂ ਇੰਟਰਪ੍ਰੀਟਰ ਨਾਲ ਗੱਲ ਕਰੋ, ਗੱਲ ਕਰਕੇ ਦੇਖੋ। ਜੇ ਤੁਹਾਨੂੰ ਗੱਲ ਸਮਝ ਆ ਰਹੀ ਹੈ ਤਾਂ ਤੁਸੀਂ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਲੱਗ ਰਿਹਾ ਨਹੀਂ ਇਹਦੀ ਲੈਂਗੁਏਜ ਸਮਝ ਆ ਰਹੀ ਤਾਂ ਤੁਸੀਂ ਕਹਿ ਸਕਦੇ ਹੋ, ਤੁਹਾਡਾ ਹੱਕ ਬਣਦਾ, ਡਰਨਾ ਨਹੀਂ ਹੈ ਤੁਸੀਂ। ਇਹਦੇ ਬਾਰੇ ਹੁਣ ਮੋਨੀਟਰਿੰਗ ਕੌਣ ਕਰਦਾ ਹੈ ਕਿ ਬੰਦੇ ਜਿਹੜੇ ਕੁਆਲੀਫਾਈਡ, ਜਿਹੜੇ ਕਿ ਲਾਇਸੈਂਸ ਤਾਂ ਮਿਲ ਜਾਂਦਾ ਹੈ, ਆਪਣੇ ਆਪ ਨੂੰ ਕੁਆਲੀਫਾਈਡ ਵੀ ਕਹਿੰਦੇ ਹਨ, ਉਹਨਾਂ ਨੂੰ ਕੋਈ ਗਵਰਨਮੈਂਟ ਮੋਨੀਟਰ ਕਰਦੀ ਹੈ ਉਹਨਾਂ ਚੀਜ਼ਾਂ ਨੂੰ? ਹਾਂਜੀ, ਪਰ ਲਾਇਸੈਂਸ ਵੀ ਇੰਨਾ ਈਜ਼ੀ ਨਹੀਂ ਮਿਲਦਾ। ਦੇਖੋ, ਜਿਹੜੇ ਲਾਇਸੈਂਸ ਵੀ ਕਈ ਨੇ, ਜਿਹੜੀ ਮਿਨਿਸਟਰੀ ਆਫ ਅਟਰਨੀ ਜਨਰਲ ਹੈ, ਲਾਈਕ ਕੋਰਟਸ ਦੇ ਵਿੱਚ ਜੇ ਕੰਮ ਕਰਨਾ, ਉਹਨਾਂ ਦੀ ਆਪਣੀ ਸਰਟੀਫਿਕੇਸ਼ਨ ਹੈ। ਜੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਉਹ ਉੱਥੇ ਦੱਸ ਸਕਦੇ ਨੇ, ਜੱਜ ਨੂੰ ਦੱਸ ਸਕਦੇ ਨੇ, ਆਪਣੇ ਲਾਇਰ ਨੂੰ ਦੱਸ ਸਕਦੇ ਨੇ, ਸਰਕਾਰੀ ਵਕੀਲ ਹੁੰਦੇ ਨੇ ਉਹਨੂੰ ਦੱਸ ਸਕਦੇ ਹੈਗੇ ਨੇ ਕਿ ਸਾਨੂੰ ਇਹਨਾਂ ਦੀ ਨਹੀਂ ਸਮਝ ਆ ਰਹੀ ਜਾਂ ਇਹ ਸਹੀ ਨਹੀਂ ਕਰ ਰਹੇ ਹੈਗੇ।
ਪਰ ਜਿਹੜੀ ਮਿਨਿਸਟਰੀ ਹੈ ਫਿਰ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਜੇ ਕੋਈ ਸ਼ਿਕਾਇਤ ਕਰ ਦਿੰਦਾ ਹੈ, ਤੇ ਜਿਹੜੀਆਂ ਉਹਨਾਂ ਦੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਹਰ ਚੀਜ਼ ਦੀ ਰਿਕਾਰਡਿੰਗ ਹੁੰਦੀ ਹੈ ਕੋਰਟ 'ਚ, ਫਿਰ ਉਹ ਰਿਕਾਰਡਿੰਗ ਭੇਜ ਕੇ ਸੁਣਵਾ ਵੀ ਲੈਂਦੇ ਨੇ। ਔਰ ਇਸ ਤਰ੍ਹਾਂ ਹੋਇਆ ਵੀ ਹੈ ਵਾ, ਇੱਕ ਦੋ ਕੇਸ ਵੀ ਐਸੇ ਹੋਏ ਨੇ ਜਿਹਦੇ ਵਿੱਚ ਇੰਟਰਪ੍ਰੀਟਰ ਨੇ ਠੀਕ ਇੰਟਰਪ੍ਰੀਟ ਨਹੀਂ ਸੀ ਕੀਤਾ, ਤੇ ਜਦੋਂ ਉਹਦੀ ਰਿਕਾਰਡਿੰਗ ਚੈੱਕ ਕਰਵਾਏਗੀ ਤਾਂ ਗਲਤ ਸੀ ਤੇ ਉਹ ਕੇਸ ਹੀ ਡਿਸਮਿਸ ਹੋ ਗਿਆ। ਕਿਉਂਕਿ ਨੈਚੁਰਲੀ ਕਿਉਂਕਿ ਇਦਾਂ ਹੈਗਾ ਨਾ ਵੀ ਜੇ ਗਵਰਨਮੈਂਟ ਪੇ ਕਰ ਰਹੀ ਆ, ਹਾਈ ਪ੍ਰਾਈਸ ਪੇ ਕਰ ਰਹੀ ਆ, ਤੇ ਜੇ ਮੈਸੇਜ ਹੀ ਸਹੀ ਨਹੀਂ ਪਹੁੰਚਦਾ, ਸਰਵਿਸ ਜਿਹੜੀ ਉਹਨਾਂ ਨੇ ਬਿਲਕੁਲ ਲਗਾਈ ਆ ਤੇ ਅੱਛਾ, ਜਿੱਦਾਂ ਤੁਸੀਂ ਗੱਲ ਕੀਤੀ ਕਿ ਸਿਟੀਜ਼ਨਸ਼ਿਪ ਵਾਸਤੇ ਜਾਂ ਡਰਾਈਵਿੰਗ ਲਾਇਸੈਂਸ ਵਾਸਤੇ, ਕੀ ਉਹਨਾਂ ਨੂੰ ਉੱਥੇ ਲਿਜਾਣ ਤੋਂ ਪਹਿਲਾਂ ਤੁਸੀਂ ਪ੍ਰਪੇਅਰ ਵੀ ਕਰਦੇ ਹੋ ਉਹਨਾਂ ਨੂੰ, ਉਹਨਾਂ ਦੀ ਲੈਂਗੁਏਜ ਦੇ ਵਿੱਚ ਕਿ ਉਹ ਟੈਸਟ ਉਹਨਾਂ ਨੇ ਕਿਸ ਤਰ੍ਹਾਂ ਦੇਣਾ ਹੈ, ਜਾਂ ਕੀ ਕੁਐਸਚਨ ਪੁੱਛੇ ਜਾ ਸਕਦੇ ਹਨ, ਇਦਾਂ ਦੀ ਪ੍ਰਪੇਰੇਸ਼ਨ ਵੀ ਕਰਾਉਂਦੇ ਹੋ ਕਿ ਨਹੀਂ ਕਰਾਉਂਦੇ? ਅਸੀਂ ਕਰਵਾ ਸਕਦੇ ਹਾਂ, ਜੇ ਕੋਈ ਜੇ ਚਾਹੁੰਦਾ ਹੈ ਕਿ ਸਾਡੀ ਪਹਿਲਾਂ ਹੈਲਪ ਕਰਕੇ ਸਾਨੂੰ ਤਿਆਰ ਕਰਵਾ ਦਿਓ। ਤੇ ਟ੍ਰਾਂਸਲੇਸ਼ਨ ਦੇ ਵਿੱਚ ਤੇ ਹੁੰਦਾ, ਇੱਕ ਹੈਗੀ ਇੱਥੇ ਹੈਗੀ ਐਸੋਸੀਏਸ਼ਨ ਆਫ ਟ੍ਰਾਂਸਲੇਟਰਸ ਐਂਡ ਇੰਟਰਪ੍ਰੀਟਰਸ ਆਫ ਓਨਟਾਰੀਓ, ਜਿਹੜੇ ਉਹਦੇ ਸਰਟੀਫਾਈਡ ਇੰਟਰਪ੍ਰੀਟਰਸ ਹੈ, ਸਿਰਫ ਉਹੀ ਟ੍ਰਾਂਸਲੇਸ਼ਨ ਕਰ ਸਕਦੇ ਨੇ, ਉਹੀ ਜਿਹੜਾ ਸਿਟੀਜ਼ਨਸ਼ਿਪ ਤੇ ਜਾ ਸਕਦੇ ਨੇ ਨਾਲ, ਜਾਂ ਉਹੀ ਡਰਾਈਵਿੰਗ ਲਾਇਸੈਂਸ ਵਾਸਤੇ ਜਾ ਰਹੇ ਨੇ। ਪਰ ਇੱਕ ਬੜੀ ਸੈਡ ਗੱਲ ਹੈ ਕਿ ਜਦ ਆਪਣੇ ਕਈ ਇੰਟਰਪ੍ਰੀਟਰਸ ਐਸੇ ਨੇ ਜਿਹੜੇ ਉੱਥੇ ਜਾ ਕੇ ਵੀ ਹੈਲਪ ਕਰ ਦਿੰਦੇ ਨੇ, ਨਹੀਂ ਕਰ ਸਕਦੇ। ਅਸੀਂ ਐਥੀਕਲੀ ਲੀਗਲੀ ਅਸੀਂ ਕਿਸੇ ਦੀ, ਜਦੋਂ ਡਰਾਈਵਿੰਗ ਲਾਇਸੈਂਸ ਵੀ ਲੈਣ ਜਾਣਾ, ਅਸੀਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ, ਕਿਉਂਕਿ ਹਰ ਇਨਸਾਨ ਨੇ, ਦੇਖੋ ਇਹ ਸਾਡੀਆਂ ਸੜਕਾਂ ਤੇ ਉਹਨਾਂ ਨੇ ਗੱਡੀ ਚਲਾਉਣੀ ਹੈ, ਤੇ ਸੇਫਟੀ ਇਜ਼ ਦਾ ਇਸ਼ੂ ਹੈ ਨਾ। ਤੇ ਜੇ ਤੁਸੀਂ ਕਿਸੇ ਨੂੰ ਗਲਤ ਮਤਲਬ ਲੈਤਾ ਹੈਲਪ ਕਰਕੇ, ਅਗਲੇ ਨੂੰ ਟੈਸਟ ਟੈਸਟ ਦੇ ਵਿੱਚ ਪਾਸ ਕਰਵਾ ਦਿੱਤਾ, ਤੇ ਫਿਰ ਮੁਸ਼ਕਲ ਹੋ ਜਾਏਗਾ। ਤੇ ਪਰ ਤੁਸੀਂ ਦੇਖੋਗੇ ਕਿ ਮੈਂ ਜਿਸ ਤਰ੍ਹਾਂ ਮੈਨੂੰ ਬਹੁਤ ਕਾਲਸ ਆਉਂਦੀਆਂ ਨੇ, ਤੁਸੀਂ ਸਾਡੀ ਮਦਦ ਕਰੋਗੇ, ਅਸੀਂ ਡਰਾਈਵਿੰਗ ਲਾਇਸੈਂਸ ਲੈਣ ਜਾਣਾ ਹੈ, ਤੁਸੀਂ ਸਾਡੀ ਮਦਦ ਕਰੋਗੇ, ਮੈਂ ਕਹਾਂਗੀ ਨਹੀਂ ਮੈਂ ਨਹੀਂ ਕਰਾਂਗੀ, ਫਿਰ ਉਹ ਕਦੀ ਵਾਪਸ ਫੋਨ ਨਹੀਂ ਕਰਨਗੇ। ਇਹਦਾ ਮਤਲਬ ਇੱਥੇ ਕੁਝ ਇੰਟਰਪ੍ਰੀਟਰਸ ਐਸੇ ਨੇ ਜਿਹੜੀ ਕਰ ਰਹੇ ਨੇ, ਤਾਂ ਹੀ ਹੈ ਨਾ ਇਸ ਤਰ੍ਹਾਂ ਕਰਕੇ। ਹਾਂਜੀ, ਤੇ ਇਹਦਾ ਮਤਲਬ ਇਹ ਹੋ ਗਿਆ ਵੀ ਸਾਨੂੰ ਲੋਕਾਂ ਨੂੰ ਅਵੇਅਰ ਵੀ ਕਰਨਾ ਚਾਹੀਦਾ ਵੀ ਤੁਸੀਂ ਇਦਾਂ ਦੇ, ਜੇ ਕੋਈ ਇੰਟਰਪ੍ਰੀਟਰ ਆਪਣੀ ਇਸ ਪਾਵਰ ਨੂੰ ਗਲਤ ਯੂਜ਼ ਕਰ ਰਿਹਾ, ਬਿਲਕੁਲ ਬਿਲਕੁਲ, ਪੈਸੇ ਲੈ ਰਹੇ ਨੇ, ਪੈਸੇ ਲੈ ਰਹੇ ਆ ਤੇ ਗਲਤ ਯੂਜ਼ ਕਰ ਰਿਹਾ, ਹਾਂਜੀ, ਉਹ ਜਿਹੜੀ ਗਲਤੀ ਕਰ ਰਿਹਾ ਉਹ ਆਪਣੇ ਵਾਸਤੇ ਨਹੀਂ ਕਰ ਰਿਹਾ, ਤੁਹਾਡੇ ਵਾਸਤੇ ਕਰ ਰਿਹਾ। ਬਿਲਕੁਲ, ਤੁਹਾਡੀ ਸੇਫਟੀ, ਤੁਸੀਂ ਸੇਫ ਨਹੀਂ ਹੋ ਰਹੇ ਉਹਦੇ ਵਿੱਚ। ਹਾਂਜੀ ਬਿਲਕੁਲ, ਉਹਦੀ ਕੰਪਲੇਂਟ ਕਰਨੀ ਚਾਹੀਦੀ ਹੈ। ਇਹ ਤਾਂ ਹੁਣ ਲੋਕਾਂ ਦੀ ਆਪਣੀ ਮਰਜ਼ੀ ਹੈ, ਪਰ ਉਹਨਾਂ ਨੂੰ ਬਚਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਤੋਂ, ਕਿਉਂਕਿ ਜਦੋਂ ਤੁਸੀਂ ਐਵੇਂ ਡਰ ਹੀ ਲੱਗਦਾ। ਹੁਣ ਲਾਇਸੈਂਸ ਲੈਣ ਜਾਣਾ, ਤੁਸੀਂ 2-4 ਘੰਟੇ ਤੇ ਅੱਛੀ ਤਰ੍ਹਾਂ ਬੁੱਕ ਪੜ੍ਹ ਲਓ, ਤਿਆਰੀ ਕਰ ਲਓ। ਕਈ ਵਾਰੀ ਇੰਗਲਿਸ਼ 'ਚ ਜ਼ਰੂਰ ਪ੍ਰੋਬਲਮ ਆਉਂਦੀ ਹੈ, ਪੰਜਾਬੀ ਦੇ ਵਿੱਚ ਕਰ ਲਓ, ਇੰਨਾ ਮੁਸ਼ਕਿਲ ਕੁਝ ਵੀ ਨਹੀਂ ਹੁੰਦਾ। ਪਰ ਅਸੀਂ ਜਿਹੜੇ ਆਸਾਨ ਰਸਤੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਠੀਕ ਹੈ। ਅਸੀਂ ਕਾਲੋ ਜੀ ਨਾਲ ਗੱਲਬਾਤ ਕਰ ਰਹੇ ਹਾਂ ਇੰਟਰਪ੍ਰੀਟਰ ਅਤੇ ਟ੍ਰਾਂਸਲੇਸ਼ਨ ਬਾਰੇ, ਜਿਹੜੀ ਕਿ ਸਖਤ ਜ਼ਰੂਰਤ ਹੈ ਇਹਨਾਂ ਕੰਟਰੀਆਂ ਦੇ ਵਿੱਚ, ਕਿਉਂਕਿ ਅਸੀਂ ਆਪਣੇ ਕੰਟਰੀ ਤੋਂ ਆਏ ਹਾਂ ਜਿੱਥੇ ਕਿ ਇੰਗਲਿਸ਼ ਮੇਨ ਲੈਂਗੁਏਜ ਨਹੀਂ ਹੈ, ਤੇ ਇੱਥੇ ਮੇਨ ਲੈਂਗੁਏਜ ਹੈ। ਕਈ ਵਾਰ ਲੀਗੈਲਿਟੀ ਦੇ ਵਿੱਚ ਤੁਹਾਨੂੰ ਲੈਂਗੁਏਜ ਸਮਝ ਨਹੀਂ ਆਉਂਦੀ, ਜਾਂ ਡਾਕਟਰ ਦੇ ਜਾਣੇ, ਜਾਂ ਜਿੱਦਾਂ ਨੇ ਦੱਸਿਆ ਕਿ ਹਸਪੀਟਲ ਦੇ ਵਿੱਚ ਤੁਸੀਂ ਆਪਣੀ ਬਿਮਾਰੀ ਡਾਕਟਰ ਨੂੰ ਨਹੀਂ ਸਮਝਾ ਸਕਦੇ, ਜੇ ਉੱਥੇ ਇੰਡੀਅਨ ਡਾਕਟਰ ਨਹੀਂ ਹੈਗਾ, ਤਾਂ ਉਹਦੇ ਵਾਸਤੇ ਇੰਟਰਪ੍ਰੀਟਰ ਅਤੇ ਟ੍ਰਾਂਸਲੇਸ਼ਨ ਸਰਵਿਸਿਜ਼ ਦੀ ਜ਼ਰੂਰਤ ਹੈ। ਅਸੀਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਤੇ ਇਹਨਾਂ ਨਾਲ ਗੱਲਬਾਤ ਜਾਰੀ ਰਹੇਗੀ। ਪਲੀਜ਼ ਡੋਂਟ ਗੋ ਅਵੇ। Hey, folks, I'm here to endorse the Disability Network. They are great people. They're people that get by, they employ, they support, and they really, really get behind people with disabilities. So come on, let's throw our support behind a great cause, the Disability Network. ਸਾਊਥ ਏਸ਼ੀਅਨ ਵਿਜ਼ਨ ਟੀਵੀ ਪ੍ਰੋਗਰਾਮ ਦੇ ਵਿੱਚ ਅਵਤਾਰ ਸੂਰ ਵੱਲੋਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਅਸੀਂ ਕਮਲ ਕਾਲੋ ਜੀ ਨਾਲ ਗੱਲਬਾਤ ਕਰ ਰਹੇ ਹਾਂ ਇੰਟਰਪ੍ਰੀਟਰ ਅਤੇ ਟ੍ਰਾਂਸਲੇਸ਼ਨ ਦੀ, ਜਿਹੜੀ ਕਿ ਇਸ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ, ਆਪਣੀ ਲੈਂਗੁਏਜ ਦੇ ਵਿੱਚ ਦੂਸਰੇ ਨੂੰ ਗੱਲ ਸਮਝਾਉਣਾ। ਕਾਲੋ ਜੀ, ਇੱਕ ਚੀਜ਼ ਦੱਸੋ ਵੀ ਤੁਸੀਂ ਬਜ਼ੁਰਗਾਂ ਦੀ ਕਿੱਦਾਂ
ਮਦਦ ਕਰਦੇ ਹੋ? ਅਸੀਂ ਬਜ਼ੁਰਗਾਂ ਨੂੰ ਇਹੀ ਹੈ ਕਿ ਇੱਕ ਤੇ ਥੋੜਾ ਉਹਨਾਂ ਨਾਲ ਬੜਾ ਪੇਸ਼ੈਂਟ ਹੋਣਾ ਪੈਂਦਾ ਹੈ। ਦੂਸਰਾ ਮੈਂ ਇਹ ਕਹਿੰਦੀ ਹਾਂ ਉਹਨਾਂ ਨੂੰ ਕਿ ਜਦੋਂ ਵੀ ਤੁਹਾਨੂੰ ਕੋਈ ਚਿੱਠੀ ਆ ਜਾਂਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਇੱਕ ਛੋਟਾ ਜਿਹਾ ਖੱਤ ਹੁੰਦਾ ਹੈ ਨਾ, ਤੇ ਉਹ ਤੁਸੀਂ ਫੋਨ ਕਰ ਸਕਦੇ ਹੋ, ਅਸੀਂ ਤੁਹਾਨੂੰ ਖੱਤ ਪੜ੍ਹ ਕੇ ਦੱਸਾਂਗੇ। ਕੋਈ ਇਹ ਨਹੀਂ ਹੈ ਕਿ ਅਸੀਂ ਹਰ ਗੱਲ ਦੇ ਪੈਸੇ ਹੀ ਲੈਣੇ ਹੁੰਦੇ ਨੇ, ਇਹ ਇੱਕ ਹੈਲਪ ਵੀ ਹੁੰਦੀ ਹੈ। ਹਾਂਜੀ, ਅਸੀਂ ਤੁਹਾਨੂੰ ਕੋਈ ਲੈਟਰ ਆ ਜਾਂਦੀ ਹੈ ਜਾਂ ਕੋਈ ਤੁਹਾਨੂੰ ਸਮਝ ਨਹੀਂ ਆਉਂਦਾ ਕੀ ਕਰਨਾ ਹੈ, ਅਸੀਂ ਉਹਨਾਂ ਨੂੰ ਫਿਰ ਕਈ ਵਾਰੀ ਉਹਨਾਂ ਨੂੰ ਮੈਂ ਵੋਲੰਟੀਅਰ ਵੀ ਕਰਦੀ ਹਾਂ, ਕਈ ਵਾਰੀ ਮੈਂ ਵੋਲੰਟੀਅਰ ਉਹਨਾਂ ਨੂੰ ਨਾਲ ਲੈ ਕੇ ਚਲੀ ਜਾਂਦੀ ਹਾਂ ਕਿ ਜੇ ਉਹਨਾਂ ਨੂੰ ਕੋਈ ਕੰਮ ਹੈ ਤੇ ਜਿਹੜਾ ਉਹਨਾਂ ਨੇ ਕਰਵਾਉਣਾ ਹੈਗਾ, ਅਸੀਂ ਇਸ ਤਰੀਕੇ ਨਾਲ ਉਹਨਾਂ ਦੀ ਹੈਲਪ ਕਰੀਦੀ ਹੈ। ਔਰ ਦੂਸਰਾ ਅਸੀਂ ਫਿਰ ਉਹਨਾਂ ਨੂੰ ਇਹ ਸਾਰੇ ਫੈਮਲੀਜ਼ ਨੂੰ ਇਹ ਸਮਝਾ ਦਈਦਾ ਹੈ ਕਿ ਤੁਸੀਂ ਜਦੋਂ ਵੀ ਇੰਟਰਪ੍ਰੀਟਰ ਹਾਇਰ ਕਰਨਾ ਹੈਗਾ, ਤੁਸੀਂ ਇੱਕ ਉਹ ਹੀ ਸਰਟੀਫਾਈਡ ਇੰਟਰਪ੍ਰੀਟਰ ਹੀ ਕਰੋ। ਜੇ ਕੋਰਟ ਵਿੱਚ ਜਾਣਾ ਹੈ ਤਾਂ ਕੋਰਟ ਸਰਟੀਫਾਈਡ ਹੋਣਾ ਚਾਹੀਦਾ ਹੈ, ਜੇ ਮਿਨਿਸਟਰੀ ਆਫ ਸਿਟੀਜ਼ਨਸ਼ਿਪ 'ਚ ਜਾਣਾ ਹੈ, ਕਿਉਂਕਿ ਅੱਜ ਕੱਲ੍ਹ ਕੀ ਹੋ ਗਿਆ ਕਿ ਕਈ ਤਰ੍ਹਾਂ ਦੀਆਂ ਸਰਟੀਫਿਕੇਸ਼ਨਸ ਚੱਲ ਪਈਆਂ, ਫਿਰ ਕਈ ਵਾਰੀ ਹੁੰਦਾ ਹਰ ਕੋਈ ਇੰਟਰਪ੍ਰੀਟਰ ਬਣ ਜਾਂਦਾ ਨਹੀਂ, ਹੈ। ਇੱਥੇ ਮੇਰਾ ਕੁਐਸਚਨ ਇੱਕ ਰੇਸ ਹੁੰਦਾ ਹੈ ਵੀ ਆਮ ਪਬਲਿਕ ਨੂੰ ਤਾਂ ਪਤਾ ਹੀ ਨਹੀਂਗਾ ਵੀ ਇੰਟਰਪ੍ਰੀਟਰ ਕੌਣ ਹੈ। ਜਦੋਂ ਮੇਰੇ ਖਿਆਲ ਕੋਰਟ ਦੇ ਵਿੱਚ ਜਾਂਦੇ ਆ, ਤੁਸੀਂ ਲਾਇਰ ਨੂੰ ਆਪਣੇ ਨੂੰ ਕਹਿ ਦਿੰਦੇ ਹੋ, ਉਹ ਆਰਡਰ ਕਰ ਦਿੰਦੇ ਆ, ਜਾਂ ਤੁਸੀਂ ਹੋਰ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾਂਦੇ ਹੋ, ਤੇ ਇਸ ਤਰ੍ਹਾਂ ਤੁਸੀਂ ਇੰਟਰਪ੍ਰੀਟਰ ਜੇ ਆਪਣੇ ਆਪ, ਤੁਸੀਂ ਪਹਿਲੀ ਗੱਲ ਆ ਇੰਟਰਪ੍ਰੀਟਰ ਤੁਸੀਂ ਆਪਣੇ ਆਪ ਕਰ ਸਕਦੇ ਹੋ? ਹਾਂਜੀ, ਜਿਵੇਂ ਸਿਟੀਜ਼ਨਸ਼ਿਪ ਤੁਹਾਨੂੰ ਆਪਣੇ ਪੈਸੇ ਦੇ ਕੇ ਲੈ ਜਾਣਾ ਪੈਂਦਾ, ਡਰਾਈਵਿੰਗ ਲਾਇਸੈਂਸ ਵਾਸਤੇ ਤੁਹਾਨੂੰ ਆਪਣੇ ਲੈ ਕੇ ਜਾਣਾ ਪੈਂਦਾ, ਇਮੀਗ੍ਰੇਸ਼ਨ ਦੀ ਇੰਟਰਵਿਊਜ਼ ਹੁੰਦੀਆਂ ਨੇ ਜਾਂ ਇਮੀਗ੍ਰੇਸ਼ਨ ਲਈ ਉੱਥੇ ਵੀ ਤੁਹਾਨੂੰ ਆਪਣੇ ਇੰਟਰਪ੍ਰੀਟਰਸ ਲੈ ਕੇ ਜਾਣੇ ਪੈਂਦੇ ਨੇ। ਉਹ ਪ੍ਰੋਵਾਈਡ ਨਹੀਂ ਉਹ ਪ੍ਰੋਵਾਈਡ ਨਹੀਂ ਕਰਦੇ, ਉਹ ਸਿਰਫ ਕਰਦੇ ਨੇ ਲੀਗਲ ਜਾਂ ਮੈਡੀਕਲ ਦੇ ਵਿੱਚ, ਜੇ ਕੋਈ ਹੈਗਾ ਉੱਥੇ ਜਿਹੜੀ ਗਵਰਨਮੈਂਟ ਹੈ ਉਹ ਪੇ ਕਰਦੀ ਹੈ। ਔਰ ਦੇਖੋ ਜਿਹੜੀ ਬਰੈਂਪਟਨ ਦਾ ਕੋਰਟ ਹਾਊਸ ਹੈ, ਬਿਜ਼ੀਐਸਟ ਕੋਰਟ ਹਾਊਸ ਹੈ ਉਹ ਨਾਰਥ ਅਮਰੀਕਾ ਦੇ ਵਿੱਚ, ਔਰ ਉੱਥੇ ਇੰਨੀਆਂ ਲੈਂਗੁਏਜਸ ਦੇ ਜਿਹੜੇ ਇੰਟਰਪ੍ਰੀਟਰਸ ਹੁੰਦੇ ਨੇ ਉਹ ਸਾਰੇ ਕੁਆਲੀਫਾਈਡ ਹੁੰਦੇ ਨੇ। ਉਹ ਉੱਥੇ ਇਸ ਕਰਕੇ ਹੀ ਹੁੰਦੇ ਨੇ ਕਿ ਉਹ ਆਪਣੇ ਆਪਣੇ ਲੋਕਾਂ ਦੀ ਮਦਦ ਕਰਨ। ਤੇ ਮੇਰੇ ਆਪਣੇ ਸਾਰੇ ਜਿੰਨੇ ਵੀ ਬਜ਼ੁਰਗ ਆ ਉਹਨਾਂ ਨੂੰ ਮੈਂ ਇਹੀ ਕਹਿੰਦੀ ਆ ਕਿ ਤੁਸੀਂ ਡਰਨਾ ਨਹੀਂ ਹੈ ਬਸ, ਜਾਂ ਘਬਰਾਉਣਾ ਨਹੀਂ ਹੈ। ਤੁਸੀਂ ਇਹ ਨਹੀਂ ਸੋਚਣਾ ਮੈਂ ਜੇ ਕੁਝ ਕਹਿ ਦਿੱਤਾ ਤੇ ਪਤਾ ਨਹੀਂ ਕੀ ਹੋ ਜਾਏਗਾ, ਨਹੀਂ, ਇਹ ਤੁਹਾਡਾ ਹੱਕ ਹੈ। ਐਵੇਂ ਕਈ ਬਜ਼ੁਰਗ ਹੀ ਹੁੰਦੇ ਨੇ, ਦੇਖੋ ਉਹ ਕਿਤੇ ਗਏ ਗਲਤੀ ਦੇ ਨਾਲ ਹੱਥ 'ਚ ਕੋਈ $5-10 ਦੀ ਚੀਜ਼ ਹੁੰਦੀ ਹੈ ਤੇ ਉਹ ਲੈ ਕੇ ਨਿਕਲ ਜਾਂਦੇ ਨੇ ਤੇ ਫੜੇ ਜਾਂਦੇ ਨੇ, ਥੈਫਟ ਅੰਡਰ ਦਾ ਚਾਰਜ ਲੱਗ ਜਾਂਦਾ ਹੈ। ਜਦੋਂ ਇਸ ਤਰ੍ਹਾਂ ਦੀ ਕੋਈ ਵੀ ਉਹਨਾਂ ਨੂੰ ਆਂਦੀ ਤੇ ਸਾਨੂੰ ਪੁੱਛਦੇ ਨੇ, ਫਿਰ ਅਸੀਂ ਇਹ ਕਿ ਸਾਨੂੰ ਦੁਪਾਸ਼ਾ ਮਿਲ ਸਕਦਾ ਹੈ ਜੇ ਅਸੀਂ ਕਚਹਿਰੀ ਵਿੱਚ ਜਾਈਏ, ਅਸੀਂ ਕਹਿੰਦੇ ਹਾਂ ਕਿ ਤੁਸੀਂ ਡਰੋ ਨਾ। ਉਹ ਡਰਦੇ ਨੇ ਕਿ ਅਸੀਂ ਜੇ ਕੋਰਟ ਵਿੱਚ ਜਾਵਾਂਗੇ ਤੇ ਕਿਸ ਤਰ੍ਹਾਂ ਗੱਲ ਕਰਾਂਗੇ। ਫਿਰ ਸਾਡਾ ਫਰਜ਼ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਇਹ ਸਮਝਾ ਦਿੰਦੇ ਹਾਂ ਕਿ ਤੁਸੀਂ ਜਾਓ ਔਰ ਜਾ ਕੇ ਉੱਥੇ ਤੁਹਾਨੂੰ ਕੋਰਟ ਦੇ ਵਿੱਚ ਪ੍ਰੋਪਰ ਇੰਟਰਪ੍ਰੀਟਰ ਮਿਲੇਗਾ, ਸਰਟੀਫਾਈਡ ਹੋਏਗਾ। ਇਹਦਾ ਮਤਲਬ ਅਸੀਂ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਇਹ ਜ਼ਰੂਰ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਇੰਟਰਪ੍ਰੀਟਰ ਜਾਂ ਟ੍ਰਾਂਸਲੇਸ਼ਨ ਦੀ ਸਰਵਿਸਿਜ਼ ਕਿਸੇ ਕੋਲੋਂ ਵੀ ਲੈਂਦੇ ਹੋ, ਉਹਦਾ ਸਰਟੀਫਿਕੇਟ ਪਹਿਲਾਂ ਦੇਖੋ। ਇਹ 'ਚ ਕੋਈ ਹਰਜ ਨਹੀਂ ਹੈ। ਜੇ ਤੁਹਾਨੂੰ ਕੋਈ ਸਰਟੀਫਿਕੇਟ ਦਿਖਾਉਣ ਤੋਂ ਨਾ ਕਰਦਾ ਹੈ, ਉਹ ਇਹਦਾ ਮਤਲਬ ਰਜਿਸਟਰਡ ਨਹੀਂ। ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਦੀ ਜ਼ਰੂਰਤ ਹੈ, ਤੁਸੀਂ ਨੰਬਰ ਆ ਰਹੇ ਨੇ ਸਕਰੀਨ ਤੇ, ਤੁਸੀਂ ਉੱਥੇ ਸਾਡੇ ਸਟੂਡੀਓ ਦੇ ਵਿੱਚ ਫੋਨ ਕਰ ਸਕਦੇ ਹੋ। ਤੁਹਾਡੇ ਸਟੂਡੀਓ ਆਪਣੀ ਦੇਖੋ ਜੀ, ਅਸੀਂ ਲੋਕਾਂ ਨੂੰ ਇਨਫੋਰਮੇਸ਼ਨ ਦੇ ਰਹੇ ਹਾਂ, ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਇਹ ਸਰਵਿਸਿਜ਼ ਜਿਹੜੀਆਂ ਅਵੇਲੇਬਲ ਹੈਗੀਆਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲੈਣਾ ਹੈ ਅਤੇ ਕਿਸ ਤਰ੍ਹਾਂ ਅਡਾਪਟ ਕਰਨਾ ਹੈ, ਕਿਉਂਕਿ ਇਹ ਤੁਹਾਡੇ ਰਾਈਟ ਹਨ ਕਿ ਤੁਸੀਂ ਹਰ ਇੱਕ ਇੰਟਰਪ੍ਰੀਟਰ ਦਾ ਜਾਂ ਟ੍ਰਾਂਸਲੇਸ਼ਨ ਜਿੱਥੋਂ ਵੀ ਤੁਸੀਂ ਕਰਾਉਣੀ ਹੈ ਉਹਦੇ ਕੋਲੋਂ ਲਾਇਸੈਂਸ ਪੁੱਛੋ ਕਿ ਉਹ ਰਜਿਸਟਰਡ ਹੈ, ਕਿਉਂਕਿ ਇਹ ਲਾਇਸੈਂਸਿੰਗ ਈਜ਼ੀ ਨਹੀਂ ਮਿਲਦੀ, ਬਹੁਤ ਔਖੀ ਮਿਲਦੀ ਹੈ। ਅਤੇ ਮੈਂ ਕਈ ਇੰਟਰਪ੍ਰੀਟਰ ਕਈ ਦੇਖੇ ਹਨ ਜਿਨ੍ਹਾਂ ਨੂੰ ਆਈ ਡੋਂਟ ਨੋ ਕਿੱਦਾਂ ਪਾਸ ਹੋਏ ਹਨ, ਉਹਨਾਂ ਨੂੰ ਦੇ ਕੈਨ ਟ੍ਰਾਂਸਲੇਟ ਐਨੀਥਿੰਗ। ਸੋ ਇਹ ਮੇਰਾ ਆਪਣਾ ਖੁਦ ਦਾ ਐਕਸਪੀਰੀਅੰਸ ਹੈ। ਇਸ ਕਰਕੇ ਮੈਂ ਸੋਚਿਆ ਕਿ ਅਸੀਂ ਕਾਲੂ ਜੀ ਉਹਨਾਂ ਨਾਲ ਗੱਲਬਾਤ ਕਰੀਏ ਜੋ ਕਿ ਪ੍ਰੋਫੈਸ਼ਨਲ ਹਨ ਇਸ ਕੰਮ ਦੇ ਵਿੱਚ, ਤਾਂ ਕਿ ਤੁਹਾਡੇ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਸਕੇ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਫੀਲਡ ਹੈ ਉਹਦੇ ਵਿੱਚ ਇਕੱਲੇ ਪ੍ਰੋਫੈਸ਼ਨਲ ਹੀ ਨਹੀਂ, ਨਾਲ ਐਥੀਕਲ ਵੀ ਹੋਣਾ ਪੈਂਦਾ। ਨੈਚੁਰਲੀ ਤੁਹਾਡੀ ਜ਼ਮੀਰ ਤੇ ਇੱਕ ਬੋਝ ਹੈ, ਹਾਂਜੀ, ਕੋਈ ਇਨਸਾਨ ਤੁਹਾਡੇ ਤੇ ਡਿਪੈਂਡੈਂਟ ਕਰ ਰਿਹਾ ਹੈ। ਤੁਹਾਡੀ ਇੱਕ ਗਲਤ ਟ੍ਰਾਂਸਲੇਸ਼ਨ ਅਗਲੇ ਦੀ ਜ਼ਿੰਦਗੀ ਤੇ ਬਹੁਤ ਵੱਡਾ ਅਸਰ ਪਾ ਸਕਦੀ ਹੈ। ਸੋ ਸਾਡਾ ਇੱਕ ਕੋਡ ਆਫ ਕੰਡਕਟ ਹੁੰਦਾ ਹੈ, ਐਥਿਕਸ ਹੁੰਦੇ ਨੇ, ਜ਼ਮੀਰ ਹੈ, ਅਸੀਂ ਉਹਨੂੰ ਵੀ ਸਾਹਮਣੇ ਰੱਖਣਾ ਹੁੰਦਾ ਹੈ। ਔਰ ਜ਼ਰੂਰੀ ਹੁੰਦਾ ਹੈ ਕਿ ਅਸੀਂ ਕੋਈ ਐਸਾ ਕੰਮ ਨਾ ਕਰੀਏ ਜਿਹਦਾ ਕਿਸੇ ਤੇ ਗਲਤ ਅਸਰ ਪੈ ਜਾਏ। ਜੇ ਤੁਹਾਨੂੰ ਇਸ ਚੀਜ਼ ਬਾਰੇ ਕੋਈ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰ ਸਕਦੇ ਹਾਂ ਕਿ ਤੁਸੀਂ ਇਹ ਸਰਵਿਸਿਜ਼ ਕਿਸ ਤਰ੍ਹਾਂ ਲੈਣੀਆਂ ਹਨ ਅਤੇ ਕਿਹੜੇ ਰਜਿਸਟਰਡ ਲੋਕ ਹਨ ਜਿਨ੍ਹਾਂ ਕੋਲ ਤੁਸੀਂ ਸਰਵਿਸ ਪ੍ਰੋਪਰਲੀ ਪ੍ਰੋਵਾਈਡ ਕਰ ਸਕਦੇ ਹਾਂ, ਲੈ ਸਕਦੇ ਹਾਂ, ਅਤੇ ਤੁਹਾਡਾ ਇਹ ਰਾਈਟ ਜਿਹੜਾ ਹੈਗਾ ਤੁਸੀਂ ਸਹੀ ਤਰੀਕੇ ਨਾਲ ਇਸਤੇਮਾਲ ਕਰੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਲੂ ਜੀ। ਅਵਤਾਰ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਫੀਲਡ ਨੂੰ ਲੈ ਕੇ ਇਹਦੇ ਤੇ ਤੁਸੀਂ ਇੱਕ
ਪ੍ਰੋਗਰਾਮ ਕੀਤਾ ਹੈਗਾ ਤੇ ਲੋਕਾਂ ਦੀ ਇਹਦੇ ਵਿੱਚ ਬਹੁਤ ਮਦਦ ਹੋਏਗੀ। ਸਾਨੂੰ ਥੈਂਕ ਯੂ। ਉਮੀਦ ਹੈ ਜੀ ਤੁਸੀਂ ਇਸ ਪ੍ਰੋਗਰਾਮ ਤੋਂ ਜ਼ਰੂਰ ਫਾਇਦਾ ਲਓਗੇ ਅਤੇ ਇਸ ਸਰਵਿਸ ਨੂੰ ਸਹੀ ਤਰੀਕੇ ਨਾਲ ਅਤੇ ਸਹੀ ਲੋਕਾਂ ਦੇ ਕੋਲੋਂ ਹਾਸਲ ਕਰੋਗੇ। Hey, folks, I'm here to endorse the Disability Network. They are great people. They're people that get by, they employ, they support, and they really, really get behind people with disabilities. So come on, let's throw our support behind a great cause, the Disability Network. ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਮਿਊਨਿਸਪਲ ਇਲੈਕਸ਼ਨ ਆ ਰਹੇ ਹਨ। ਮੇਰਾ ਹਮੇਸ਼ਾ ਹੀ ਵਾਰ-ਵਾਰ ਇਹੀ ਕਹਿਣਾ ਹੁੰਦਾ, ਇਹ ਸਭ ਤੋਂ ਵਧੀਆ ਟਾਈਮ ਹੈ ਕਿ ਤੁਸੀਂ ਆਪਣੇ ਰਾਈਟਸ ਉਹਨਾਂ ਕੋਲੋਂ ਪੁੱਛੋ ਕਿ ਉਹ ਤੁਹਾਡੇ ਵਾਸਤੇ ਜਾਂ ਤੁਹਾਡੇ ਏਰੀਆ ਦੇ ਵਿੱਚ ਕੀ ਕਰ ਰਹੇ ਹਨ। ਐਜ਼ ਏ ਟਰਸਟੀ, ਐਜ਼ ਏ ਕਾਉਂਸਲਰ, ਐਜ਼ ਏ ਮੇਅਰ ਕੀ ਉਹ ਕੁਆਲੀਫਾਈ ਕਰਦੇ ਹਨ, ਇਹ ਤੁਸੀਂ ਡਿਸਾਈਡ ਕਰਨਾ ਹੈ। ਇਸ ਕਰਕੇ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਕਿ ਇਹ ਸਾਡਾ ਪੰਜਾਬੀ ਭਰਾ ਹੈ ਜਾਂ ਸਾਡੇ ਪਿੰਡ ਤੋਂ ਹੈ ਜਾਂ ਸਾਡੇ ਏਰੀਏ ਵਿੱਚੋਂ ਹੈ, ਅਸੀਂ ਇਹਦੀ ਮਦਦ ਕਰੀਏ। ਨੋ, ਇਸ ਕਰਕੇ ਇਸ ਚੀਜ਼ ਨੂੰ ਅਸੀਂ ਗਲਤ ਇਸਤੇਮਾਲ ਕਰਦੇ ਹਾਂ। ਪਲੀਜ਼ ਇਲੈਕਸ਼ਨ ਦੇ ਵਿੱਚ ਵੋਟਾਂ ਉਹਨਾਂ ਲੋਕਾਂ ਨੂੰ ਪਾਓ, ਉਹਨਾਂ ਲੋਕਾਂ ਨੂੰ ਜਿਤਾਓ ਜੋ ਕਿ ਸਹੀ ਤਰੀਕੇ ਨਾਲ ਤੁਹਾਡੀ ਸਰਵਿਸ ਕਰ ਰਹੇ ਹਨ। ਕਿਉਂਕਿ ਤੁਸੀਂ ਦੇਖਿਆ ਹੀ ਹੈ ਕਿ ਬਰੈਂਪਟਨ ਦੇ ਵਿੱਚ ਕਈ ਕੈਂਡੀਡੇਟ ਇਸ ਤਰ੍ਹਾਂ ਦੇ ਆ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਕਦੀ ਨਾਮ ਨਹੀਂ ਸੁਣਿਆ ਹੋਣਾ ਜਾਂ ਕਦੀ ਪ੍ਰੋਵਾਈਡ ਵੀ ਨਹੀਂ ਹੋਣਾ, ਆਪਣੇ ਆਪ ਨੂੰ ਉਹਨਾਂ ਨੇ ਸਰਵਿਸਿਜ਼ ਵਾਸਤੇ ਅੱਗੇ ਨਹੀਂ ਲੈ ਕੇ ਆਏ ਕਦੀ, ਤੇ ਉਹ ਇਲੈਕਸ਼ਨ ਦੇ ਵਿੱਚ ਖੜੇ ਹੋ ਰਹੇ ਹਨ। ਪਲੀਜ਼ ਬੀ ਕੇਅਰਫੁਲ। ਅਗਲੇ ਪ੍ਰੋਗਰਾਮ ਤੱਕ ਅਵਤਾਰ ਸੂਦ ਨੂੰ ਇੱਥੇ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।